सतनाम करता पुरख निर्भयो निर्वैर अकाल मूरत अजूनी सैभं गुर प्रसाद। सज्जन सच्चा पातशाह सिर शाह दे शाह जिस पास बैठिया सोही है सबना दा वेसाह। सतनाम वाहेगुरु साहिब जियो सूही महला पहला साजन होवन अपने क्यों पर घर जाही साजन राते सच के संगे मन माही। साजन होवन अपने क्यों पर घर जाही साजन राते सच के संगे मन माही। मन माहे साजन करहें रलियां कर्म धर्म सबाया 68 तीर्थ पुण्य पूजा नाम साचा पाया। आप साजे थाप वेखै तिसै भाणा पाया साजन रंग रंगीलड़े रंग लाल बनाया। अंधा आगू जे थियै क्यों पांधर जाने आप मूसै मत हो छियै क्यों राह पछाणे। क्यों राह जावै महल पावै अंध की मत अंधली विण नाम हर के कछ न सूझै अंध बूढ़ो तंदली। दिन रात चानन चाओ उपजै शब्द गुर का मन वसै कर जोड़ गुर पह कर बिनंती राह पांधर गुर दसै। दिन रात चानन चाओ उपजै शब्द गुर का मन वसै कर जोड़ गुर पह कर बिनंती राह पांधर गुर दसै। वाहिगुरु जी का खालसा वाहिगुरु जी की फतेह। जुगो जुग अटल शब्द सतगुरु तन तन गुरु ग्रंथ साहिब जी गुरु पातशाह जी दी अपर अपार अजीम नवाजिश बख्शिश है। शाम समय सत्संगत दे समय ਨੂੰ ਅਸੀਂ ਮਾਣ ਰਹੇ ਹਾਂ ਭਾਵੇਂ ਮੋਸਟਲੀ ਸਾਡਾ ਦੀਵਾਨ ਵਰਚੁਅਲ ਆ ਪਰ ਫਿਰ ਵੀ ਟੈਲੀਵਿਜ਼ਨ ਰਾਹੀਂ ਹੋਰ ਮੀਡੀਆ ਆਊਟਲੈਟਸ ਰਾਹੀਂ ਆਪ ਗੁਰਸ਼ਬਦ ਦੀ ਆਭਾ ਨਾਲ ਮੰਡਤ ਹੋ ਰਹੇ ਹੋ ਵਡਭਾਗਤਾ ਹੈ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਜਿਸ ਵਿੱਚ ਸੂਹੀ ਰਾਗ ਦਾ ਛੰਤ ਵਿਚਾਰਿਆ ਜਾ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਦੁਆਰਾ ਉਚਰਿਤ ਕੀਤੀ ਇਲ ਮੇਰੀ ਪਾਵਨ ਛੰਤ ਰਚਨਾ ਹੈ ਜਿਹਦੇ ਵਿੱਚ ਪਦਾ ਬਾ ਪਦਾ ਵਿਚਾਰਦਿਆਂ ਹੋਇਆਂ ਅਸੀਂ ਕੋਈ ਸ਼ਬਦ ਦੇ 4 ਪਦੇ 4 ਬੰਦ ਵਿਚਾਰੇ ਨੇ। ਅੱਜ
5 ਨੰਬਰ ਬੰਦ ਤੋਂ ਵਿਚਾਰ ਅੱਗੇ ਅਸੀਂ ਤੋਰਾਂਗੇ। ਜਿਵੇਂ ਆਪਨੇ ਪਿੱਛੇ ਸ਼ਬਦ ਵਿੱਚ ਸਰਵਨ ਕੀਤਾ ਹੈ, ਇੱਕ ਪਿਰਿਆ ਤੇ ਪ੍ਰਿਯਸੀ, ਜਿਵੇਂ ਕਹਿ ਲਓ ਕਿ ਧਨ ਤੇ ਪਤੀ, ਉਹਦਾ ਇੱਕ ਬਿੰਬ ਸਿਰਜਿਆ ਜਾ ਰਿਹਾ ਸੀਗਾ। ਉਹਦੇ ਵਿੱਚ ਜੀਵ ਨੂੰ ਜੀਵਾਤਮਾ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ, ਅਕਾਲ ਪੁਰਖ ਵਾਹਿਗੁਰੂ ਨੂੰ ਪਤੀ ਪਰਮੇਸ਼ਰ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਹ ਬਿੰਬ ਭਾਰਤੀ ਖਿੱਤੇ ਦੇ ਲੋਕਾਂ ਨੂੰ, ਖਾਸ ਕਰਕੇ ਸਾਊਥ ਏਸ਼ੀਆ ਦੇ ਸਾਰੇ ਏਰੀਏ ਦੇ ਵਿੱਚ, ਪੰਜਾਬ ਦੀ ਫਿਜ਼ਾ ਵਿੱਚ ਮੋਟੇ ਰੂਪ ਵਿੱਚ ਸਮਝ ਆਉਂਦਾ ਆ। ਆਪੇ ਵੀ ਆਪਣੇ ਜ਼ਹਿਨ ਵਿੱਚ ਪੱਕੇ ਤੌਰ 'ਤੇ ਯਾਦ ਰੱਖਣਾ ਕਿ ਜਿਨ੍ਹਾਂ ਤੱਕ ਸ਼ਬਦ ਗੁਰੂ ਦਾ ਸੰਕਲਪ ਗੁਰੂ ਬਾਬਾ ਜੀ ਪਹੁੰਚਾ ਰਹੇ ਨੇ, ਉਹ ਐਕਚੁਅਲ ਲੈਵਲ 'ਤੇ ਜੋ ਲੋਕ ਨੇ, ਉਹਨਾਂ ਨੂੰ ਤੇ ਸਦੀਆਂ ਸਦੀਆਂ ਤੋਂ ਸ਼ਬਦ ਤੋਂ ਤੋੜਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਲੋਕ ਬੋਲੀ ਵਿੱਚ, ਲੋਕ ਕਾਫੀਏ ਵਿੱਚ, ਲੋਕ ਮੁਹਾਵਰੇ ਵਿੱਚ ਅਤੇ ਲੋਕ ਕਲਿਆਣ ਹਿਤ ਰਚੀ ਗਈ ਰਚਨਾ ਹੈ। ਹੁਣ ਐਸੀ ਰਚਨਾ ਜਿਹਦੇ 'ਚ ਲੋਕ ਕਲਿਆਣ ਹੈ, ਜਨ ਜਨ ਦਾ ਕਲਿਆਣ ਹੈ, ਸਭ ਦੇ ਵਾਸਤੇ, ਸਭ ਦੀ ਵੈਲਬੀਇੰਗ ਤੇ ਉਹਨਾਂ ਦੀ ਸੈਲਵੇਸ਼ਨ ਦੀ ਗੱਲ ਹੋ ਰਹੀ ਹੈ। ਤੇ ਸਭ ਦੇ ਵਿੱਚ ਵੱਡਾ ਹਿੱਸਾ ਉਹ ਹੈ ਜਿਹਦੇ ਵਾਸਤੇ ਆਪਾਂ ਉਸ ਦਿਨ ਗੁਰਪੁਰਬ ਤੇ ਥੋੜ੍ਹੀ ਜਿਹੀ ਬਾਤ ਪਾਈ ਸੀ ਨਾ, ਉਲਾਮਾ ਇਕਬਾਲ ਦੀ ਉਸ ਨਜ਼ਮ ਦੀ ਕਿ ਫਿਰ ਉੱਠੀ ਆਖਿਰ ਸਦਾ ਤੋਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ख्वाब से। ਉਹਦੇ 'ਚੋਂ ਜ਼ਿਕਰ ਕਰਦਾ ਹੈ ਕਿ ਸ਼ੂਦਰ ਕੇ लिए ਹਿੰਦੁਸਤਾਨ ਗਮਖਾਨਾ ਥਾ। ਜਿਹੜਾ ਸ਼ੂਦਰ ਹੈ, ਅਛੂਤ ਹੈ, ਅਨਟੱਚੇਬਲ, ਉਹਦੇ ਲਈ ਤੇ ਉਹ ਖਿੱਤਾ ਸਾਰੇ ਦਾ ਸਾਰਾ ਗਮਾਂ ਦੀ ਖਾਨ ਸੀਗਾ। ਤੇ ਵੱਡਾ ਹਿੱਸਾ ਪਾਪੂਲੇਸ਼ਨ ਦਾ 50% ਜੋ ਕਿ ਫੈਮਿਨਿਨ ਜੈਂਡਰ ਹੈ, ਉਹ ਤੇ ਪਹਿਲਾਂ ਹੀ ਧਰਮ ਤੋਂ ਬਾਹਰ ਹੈ, ਅਛੂਤ ਹੈ ਉਹਦੇ ਧਰਮ ਦੇ ਖੇਤਰ ਦੇ ਵਿੱਚ। ਫਿਰ ਅਗਾਂ ਜਿਹੜਾ ਮੈਸਕੂਲਨ ਜੈਂਡਰ ਵੀ ਹੈ, ਉਹਦੇ ਵਿੱਚ ਵੀ ਪਹਿਲੀਆਂ 2 ਸ਼੍ਰੇਣੀਆਂ ਨੂੰ ਛੱਡ ਦਿੱਤਾ ਜਾਏ, ਜਿਨ੍ਹਾਂ ਨੂੰ ਸਵਰਨ ਕਿਹਾ ਗਿਆ ਸੀਗਾ, ਬ੍ਰਾਹਮਣ ਤੇ ਕਸ਼ਤਰੀ, ਥੱਲੇ ਵੈਸ਼ ਤੋਂ ਲੈ ਕੇ ਸ਼ੂਦਰ, ਇਹ ਤੇ ਸਭ, ਇਹਨਾਂ ਨੂੰ ਤੇ ਕੋਈ ਹੱਕ ਹਕੂਕ ਹੈ ਹੀ ਨਹੀਂ ਸੀਗਾ ਉਸ ਰੂਪ ਦੇ ਵਿੱਚ। ਸੋ ਇਹ ਸਾਰੇ ਖਿੱਤੇ ਦੇ ਵਿੱਚ ਜਿਹਦੀ ਹੱਕ ਹਕੂਕ ਦੀ ਬਾਤ ਕਰ ਰਹੇ ਹਾਂ, ਹੱਕ ਹਕੂਕ ਦੇ ਵਿੱਚ ਤਾਲੀਮ ਦਾ ਹੱਕ, ਐਜੂਕੇਸ਼ਨ, ਜਿਹੜੀ ਸਿੱਖਿਆ ਆ, ਕਿਉਂਕਿ ਬਿਨਾਂ ਅੱਖਰਾਂ ਤੋਂ, ਬਿਨਾਂ ਸ਼ਬਦਾਂ ਤੋਂ, ਬਿਨਾਂ ਲਫ਼ਜ਼ਾਂ, ਅਲਫਾਜ਼ਾਂ, ਹਰਫਾਂ ਤੋਂ, ਲੈਂਗੁਏਜ ਤੋਂ, ਅੱਜ ਦੇਖੋ, ਅੱਜ ਅਸੀਂ ਦੁਨੀਆ ਪੱਧਰ 'ਤੇ ਦੇਖਦੇ ਹੈਗੇ ਹਾਂ, ਜਿਹੜਾ ਲੈਂਗੂਆ ਫਰੈਂਕਾ ਅੰਗਰੇਜ਼ੀ ਜ਼ਬਾਨ ਆ, ਜਿਸ ਖਿੱਤੇ ਦੇ ਵਿੱਚ, ਜਿਸ ਇਲਾਕੇ ਦੇ ਵਿੱਚ ਇਹਦੀ ਲੋਕਾਂ ਦੀ ਪਹੁੰਚ ਇਸ ਲੈਂਗੁਏਜ ਤੱਕ ਅਰਲੀ ਹੋ ਗਈ, ਇਸ ਪਿਛਲੀ ਸਦੀ ਦੇ ਵਿੱਚ ਜ਼ਿਆਦਾ ਵਾਜਬ ਹੋ ਗਈ, ਉਹ ਲੋਕ ਤਰੱਕੀ ਕਰ ਗਏ। ਉਹ ਲੋਕ ਆਪਣੀ ਅਪਲਿਫਟਿੰਗ ਕਰਨ ਦੇ ਵਿੱਚ ਫਾਈਨੈਂਸ਼ਲੀ, ਸੋਸ਼ਲੀ ਕਾਮਯਾਬ ਹੋ ਗਏ। ਜਿਹੜੇ ਇਸ ਗੱਲ ਤੋਂ ਪਿੱਛੇ ਰਹਿ ਗਏ, ਯਕੀਨਨ ਤੌਰ 'ਤੇ, ਕਿਉਂਕਿ ਇਹ ਵਪਾਰ ਦੀ ਭਾਸ਼ਾ ਹੈ, ਬਾਜ਼ਾਰ ਦੀ ਭਾਸ਼ਾ ਹੈ, ਸੰਸਾਰ ਦੀ ਭਾਸ਼ਾ ਹੈ, ਉਸ ਤਰੀਕੇ ਦੇ ਨਾਲ। ਸੋ ਅੱਖਰ, ਭਾਸ਼ਾ, ਲਫ਼ਜ਼ ਜਿਹੜੇ ਨੇ, ਇਹ ਇਸ ਰੂਪ ਦੇ ਵਿੱਚ ਮਦਦਗਾਰ ਹੁੰਦੇ ਨੇ। ਜਿਸ ਖਿੱਤੇ ਇਲਾਕੇ ਦੇ ਵਿੱਚ ਬੰਦੇ ਨੂੰ ਲਿਖਣਾ, ਬੋਲਣਾ ਪ੍ਰੋਪਰਲੀ, ਪੜ੍ਹਨਾ, ਸਮਝਣਾ, ਇਹ ਸਭ ਚੀਜ਼ਾਂ ਨਹੀਂ ਆਉਂਦੀਆਂ, ਉਹਦੀ ਜੂਨ ਵੈਸੇ ਹੀ ਪਸ਼ੂਆਂ ਤੋਂ ਬੱਤਰ ਹੈ, ਪਸ਼ੂ ਦੇ ਨੁਮਾਇੰਦਾ ਹੈ ਉਸ ਰੂਪ ਤਰੀਕੇ ਦੇ ਨਾਲ। ਜਿੱਥੇ ਹਜ਼ਾਰਾਂ ਸਾਲ ਸਥਾਪਤੀ ਨੇ, ਸਟੈਬਲਿਸ਼ਮੈਂਟ ਨੇ ਲੋਕਾਂ ਨੂੰ ਸ਼ਬਦ ਗਿਆਨ ਤੋਂ ਮਹਿਰੂਮ ਰੱਖਿਆ, ਕੋਈ ਸਮਝ ਨਹੀਂ, ਕੋਈ ਸੋਝ ਹੀ ਨਹੀਂ, ਤੇ ਇੱਕ ਨੌਨਸੈਂਸ ਕਿਸਮ ਦਾ ਤੰਤਰ ਮੰਤਰ ਤੇ ਸਭ ਟੂਣੇ ਟਪਾਰ ਤੇ ਸਭ ਚੀਜ਼ਾਂ ਦੇ ਕੇ ਇਹਨੂੰ ਧਰਮ ਦੇ ਰਾਹ ਦੇ ਵਿੱਚ ਤੋਰ ਦਿੱਤਾ ਗਿਆ। ਐਸੇ ਖਿੱਤੇ ਨੂੰ ਦੁਬਾਰਾ ਉਸ ਜਗ੍ਹਾ 'ਤੇ ਲੈ ਕੇ ਆਉਣਾ ਜਿੱਥੇ ਉਹ, ਖਾਸ ਤੌਰ 'ਤੇ ਆਪੇ ਵੀ ਦੇਖੋ ਕਿ ਜਿਹੜਾ ਭਾਰਤੀ ਖਿੱਤਾ ਹੈ, ਇਹਦੇ ਵਿੱਚ ਤੁਸੀਂ ਮਹਿਮੂਦ ਗਜ਼ਨਵੀ ਤੋਂ ਲੈ ਕੇ ਤੇ ਬਹਾਦਰ ਸ਼ਾਹ ਰੰਗੀਲੇ ਤੱਕ ਆ ਜਾਓ, ਉੱਥੋਂ ਤੱਕ ਤੁਹਾਨੂੰ ਪਤਾ ਲੱਗੇਗਾ ਕਿ ਹਕੂਮਤ ਜਿਹੜੀ ਹੈ ਉਹ ਤੁਰਕਾਂ, ਮੰਗੋਲਾਂ, ਅਫਗਾਨਾਂ, ਪਠਾਨਾਂ, ਇਰਾਨੀਅਨ, ਇਹਨਾਂ ਦੇ ਕੋਲ ਰਹੀ ਵੱਡੇ ਲੈਵਲ 'ਤੇ। ਤੇ ਉਹਨਾਂ ਨੇ
बड़ा तगड़ा इत्थे एडमिनिस्ट्रेशन चलाया, सब चीज़ां चलाइयां। ਉਹਦਾ ਕਾਰਨ ਕੀ ਸੀਗਾ? ਤਾਲੀਮ ਵੀ ਸੀ ਇੱਕ, ਜਿਹੜਾ ਅੱਜ ਵੀ ਅਸੀਂ ਸਿਸਟਮ ਦੇਖਦੇ ਹੈਗੇ ਆ, ਜਿਹਨੂੰ ਤੁਸੀਂ ਜ਼ਿਲ੍ਹਾ ਨਿਜ਼ਾਮਤ ਕਹਿੰਦੇ ਹੋ, ਤਹਿਸੀਲ ਨਿਜ਼ਾਮਤ ਕਹਿੰਦੇ ਹੋ, ਪਰਗਣਾ ਨਿਜ਼ਾਮਤ ਕਹਿੰਦੇ ਹੋ, ਸਾਰਾ ਇਹ ਉਹਨਾਂ ਦੁਆਰਾ ਸਥਾਪਿਤ ਕੀਤਾ ਗਿਆ ਸਭ ਕੁਛ। ਸੋ ਜਿਵੇਂ ਜਿਵੇਂ ਤੁਸੀਂ ਦੇਖੋ ਕਿ ਜਿੱਥੇ ਤਾਲੀਮ ਆ, ਸਿੱਖਿਆ ਆ, ਉਹ ਲੋਕ ਅਪਰ ਹੈਂਡ ਨੇ, ਉਹਨਾਂ ਲੋਕਾਂ ਦੇ ਕੋਲ ਉਸ ਤਰੀਕੇ ਦੀ ਜਿਹੜੀ ਹੈ ਪਕੜ ਹੈ। ਫਿਰ ਇਕੱਲਾ ਹੀ ਨਹੀਂ, ਜੇ ਉਹਨਾਂ ਨੂੰ ਸਪਿਰਿਚੁਅਲੀ ਤੁਸੀਂ ਬਿਲਕੁਲ ਸ਼ਬਦਾਂ ਤੋਂ ਤੋੜ ਦਿਓਗੇ ਤੇ ਡੈਫੀਨੇਟਲੀ ਉਹ ਤੇ ਫਿਰ ਰੂਹਾਨੀ ਤੌਰ 'ਤੇ, ਅਧਿਆਤਮੀ ਤੌਰ 'ਤੇ, ਧਾਰਮਿਕ ਤੌਰ 'ਤੇ ਇੱਕ ਐਸੇ ਸਲੇਵ ਬਣ ਜਾਣਗੇ, ਐਸੀਆਂ ਭੇਡਾਂ ਬਣ ਜਾਣਗੀਆਂ ਜਿਨ੍ਹਾਂ ਨੂੰ ਜਿਵੇਂ ਕੋਈ ਚਾਹੇ ਉਸ ਪਾਸੇ ਨੂੰ ਤੋਰ ਲਵੇ ਉਸ ਤਰੀਕੇ ਦੇ ਨਾਲ। ਅੱਜ ਵੀ ਤੁਸੀਂ ਦੇਖੋਗੇ ਕਿ ਧਾਰਮਿਕ ਸਿੱਖਿਆ ਦੀ ਇੱਕ ਵੱਡੀ ਕਮੀ ਹੈ। ਈਵਨ ਅਸੀਂ ਸ਼ਬਦ ਗੁਰੂ ਦੇ ਮਤਲਬ ਅਨੁਯਾਈ ਹੈਗੇ ਆ, ਸ਼ਬਦ ਗੁਰੂ ਦੀ ਛਤਰ ਛਾਇਆ ਵਿੱਚ ਰਹਿੰਦੇ ਆ, ਪਰ ਇਹਦੇ ਬਾਵਜੂਦ ਵੀ ਗੁਰਬਾਣੀ ਦੇ ਨਾਲ ਸਾਡੀ ਰਿਲੇਸ਼ਨਸ਼ਿਪ ਕਿੰਨੀ ਕੁ ਗਹਿਰੀ ਹੈ। ਇਹਦੇ ਲਈ ਕਈ ਮੈਂ ਕਹਿ ਸਕਦਾ ਕਿ ਹਰਡਲਸ ਨੇ, ਕਈ ਇਹਦੇ ਲਈ ਜਿਹੜੀਆਂ ਨੇ ਸਾਡੇ ਰਾਹ ਦੇ ਵਿੱਚ ਰੋਕਾਂ ਨੇ। ਸਭ ਤੋਂ ਪਹਿਲੀ ਰੋਕ ਤੇ ਬੰਦੇ ਦਾ ਆਪਣਾ ਆਲਸ ਹੈ, ਕਿਉਂਕਿ ਗੁਰੂ ਬਾਬਾ ਜੀ ਨੇ ਉਦਮੀ ਬਣਾਇਆ ਸੀਗਾ, ਐਫਰਟਫੁਲ ਬਣਾਇਆ ਸੀਗਾ, ਯਤਨਸ਼ੀਲਤਾ ਨਾਲ ਜੋੜਿਆ ਸੀਗਾ। ਜੇ ਬੰਦਾ ਆਪ ਐਫਰਟ ਨਹੀਂ ਕਰੇਗਾ, ਦੇਖੋ ਜਦੋਂ ਜਿਵੇਂ ਸਰਵਾਈਵ ਕਰਨ ਦੀ ਗੱਲ ਹੁੰਦੀ ਹੈ, ਸਰਵਾਈਵਲ ਜਿਹੜਾ ਆ ਇਹ ਬੰਦੇ ਨੂੰ ਐਫਰਟ ਕਰਨ ਵਾਸਤੇ ਪ੍ਰੇਰਦਾ ਆ। ਜਦੋਂ ਬੰਦਾ ਕਿਸੇ ਤਰੀਕੇ ਦੇ ਨਾਲ ਆਲੇ ਦੁਆਲਿਓਂ ਇੱਕ ਕੰਫਰਟ ਲੱਭ ਲੈਂਦਾ ਆ, ਤੇ ਕੰਫਰਟ ਕਈ ਰੂਪਾਂ ਦੇ ਵਿੱਚ ਆ ਜਾਂਦਾ ਆ। ਜਿਵੇਂ ਸਪੋਜ਼ ਕਰੋ ਤੁਹਾਡੇ ਜ਼ਿਹਨ ਵਿੱਚ ਕੁਝ ਖਿਆਲ ਭਟਕਦੇ ਨੇ, ਕੁਝ ਚੀਜ਼ਾਂ ਤੁਹਾਨੂੰ ਦਿਸਦੀਆਂ ਨੇ ਕਿ ਇਹ ਕੁਝ ਚੀਜ਼ਾਂ ਦੇ ਸਵਾਲ ਹੁੰਦੇ ਨੇ, ਉਹ ਜਵਾਬ ਲੱਭਣਾ ਚਾਹੁੰਦੇ ਹੋ ਤੁਸੀਂ। ਮੈਂ ਸਰਲ ਭਾਵ ਵਿੱਚ ਬਿਆਨ ਕਰਾਂ, ਘਰਾਂ ਥਾਵਾਂ ਦੇ ਵਿੱਚ ਰਿਲੇਸ਼ਨਸ਼ਿਪ ਡੀਲਿੰਗ ਦੇ ਇਸ਼ੂਜ਼ ਹੋ ਸਕਦੇ ਨੇ। ਚਲੋ ਉਹਨੂੰ ਛੱਡੋ, ਬੰਦੇ ਦੀ ਆਪਣੇ ਆਪ ਨਾਲ ਡੀਲ ਕਰਨ ਦੇ ਇਸ਼ੂ ਹੋ ਸਕਦੇ ਨੇ। ਬੰਦਾ ਆਪ ਭਟਕਿਆ ਆ, ਇਹ ਜ਼ਿੰਦਗੀ ਕਾਹਦੇ ਵਾਸਤੇ ਹੈ? ਜਿਵੇਂ ਨਸ਼ੇ ਪੀ ਲਈਏ, ਕੁਝ ਖਾ ਪੀ ਲਈਏ, ਕੱਪੜੇ ਪਾ ਲਈਏ, ਹਾਰ ਸ਼ਿੰਗਾਰ ਕਰ ਲਈਏ, ਇਹ ਖਾ ਹੰਡਾ ਲਈਏ, ਇਹੀ ਇਹਦੇ ਵਾਸਤੇ ਜ਼ਿੰਦਗੀ ਹੈ। ਬੰਦੇ ਨੂੰ ਇਹ ਪ੍ਰੇਰਿਆ ਜਾਏ, ਹਾਂ ਬਿਲਕੁਲ ਇਹਦੇ ਵਾਸਤੇ ਜ਼ਿੰਦਗੀ ਹੈ, ਮਤਲਬ ਇਹੀ ਜਿਹੜਾ ਹੈ ਕਿ ਇਹ ਜਗ ਮਿੱਠਾ ਅਗਲਾ ਕਿਨ ਡਿੱਠਾ, ਜਾਂ ਇਹੋ ਜਿਹੀਆਂ ਹੋਰ ਪ੍ਰੇਰਨਾਵਾਂ ਇਸ ਕਿਸਮ ਦੀਆਂ ਕਰ ਦਿੱਤੀਆਂ ਜਾਣ, ਤੇ ਬੰਦਾ ਉਸੇ ਕਿਸਮ ਦੀ ਜੀਵਨ ਜਾਂਚ ਵਿੱਚ ਫਿਰ ਬੰਦੇ ਨੂੰ ਕਿਤੇ ਫਿਰ ਅੰਦਰ ਉਹਦਾ ਮਾਈਂਡ ਵਾਂਡਰਿੰਗ ਕਰੇ ਵੀ ਭਾਈ ਇਹ ਸਭ ਕੁਝ ਇਹਦੇ 'ਚ ਬੇਰਸੀ ਹੈ। ਫਿਰ ਉਹਨੂੰ ਪ੍ਰੇਰਿਆ ਜਾਏ, ਨਹੀਂ ਇਹੀ ਜ਼ਿੰਦਗੀ, ਇਹੀ ਮੌਜ ਮਸਤੀ ਹੈ, ਇਹ ਸਭ ਕੁਝ, ਮਤਲਬ ਕੋਈ ਉਹਨੂੰ ਉਹਦੇ ਕਿਰਦਾਰ ਵਿੱਚ, ਬਿਹੇਵੀਅਰ ਵਿੱਚ ਅਪਲਿਫਟਿੰਗ ਵਾਲੀ ਬਾਤ, ਜਿਹਨੂੰ ਅਸੀਂ ਪਰਉਪਕਾਰਤਾ ਕਹਿੰਦੇ ਹਾਂ, ਜਿਹਨੂੰ ਅਸੀਂ ਸਨੇਹ ਦਇਆ ਦੀ ਭਾਵਨਾ ਕਹਿੰਦੇ ਹਾਂ, ਕੰਪੈਸ਼ਨ, ਜਿਹਨੂੰ ਅਸੀਂ ਧਰਤੀ ਦੇ ਉੱਤੇ ਸੈਲਫਲੈਸ ਸਰਵ ਕਰਨ ਦੀ ਬਾਤ, ਆਪਣੇ ਆਪ ਤੋਂ ਉੱਠ ਕੇ ਦੂਜਿਆਂ ਦੇ ਸਾਰਿਆਂ ਨੂੰ ਇਨਕਲੂਡ ਕਰਕੇ ਇਨਕਲੂਸਿਵ ਵੇ ਦੇ ਨਾਲ ਰੱਬ ਕਰਤਾਰ ਉਸ ਲੈਵਲ 'ਤੇ ਲੈ ਕੇ ਜਾਣਾ। ਸੋ ਇਹ ਸਭ ਚੀਜ਼ਾਂ ਬੰਦੇ ਦੇ ਜ਼ਿਹਨ ਵਿੱਚ ਇਹ ਨਹੀਂ ਕਿ ਆਉਂਦੀਆਂ ਨੇ, ਪਰ ਆਲਾ ਦੁਆਲਾ ਜਦੋਂ ਉਹਨੂੰ ਕਿਸੇ ਸੈਕਟ ਨਾਲ, ਕਿਸੇ ਖਾਸ ਸੰਪਰਦਾ ਨਾਲ, ਸਭ ਚੀਜ਼ਾਂ ਨਾਲ ਜੋੜ ਕੇ, ਤੇ ਫਿਰ ਉਹਨੂੰ ਸਿਰਫ ਜਿਹੜੇ ਉਹਦੇ ਸਵਾਲ ਨੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਆਪਣੇ ਫਾਇਦੇ ਵਾਸਤੇ ਮੋੜ ਲੈਂਦਾ ਆ, ਜਿਹਦੇ ਵਿੱਚੋਂ ਸਮੁੱਚਾ ਡੇਰਾਵਾਦ ਨਿਕਲਦਾ ਆ, ਸੈਕਟਿਜ਼ਮ, ਇਹ ਸਭ ਜਿਹੜਾ ਗਰੁੱਪਿਜ਼ਮ ਨਿਕਲਿਆ ਧਰਮਾਂ ਦੇ ਖੇਤਰ ਦੇ 'ਚ, ਇੱਥੋਂ ਸਭ ਚੀਜ਼ਾਂ ਨਿਕਲ ਰਹੀਆਂ ਨੇ, ਸਭ ਉਸ ਰੂਪ ਦੇ ਵਿੱਚ। ਸੋ ਇਹ ਵੱਡੀ ਰੋਕ ਆ। ਅਮੂੜਤਾ, ਅਗਿਆਨਤਾ ਜਿਹੜੀ ਹੈ, ਇਹ ਬੰਦੇ ਨੂੰ ਠੋਕਰਾਂ ਖਵਾਉਂਦੀ ਹੈ, ਤੇ ਕਈ ਲੈਵਲ 'ਤੇ ਫਿਰ ਭਟਕਾ ਦਿੰਦੀ ਹੈ, ਭਰਮ ਵਿੱਚ ਬੰਦਾ ਪੈ ਜਾਂਦਾ ਹੈਗਾ, ਜਿਹਨੂੰ ਆਪਾਂ ਭਗਤ ਰਵਿਦਾਸ ਜੀ ਸ਼ਬਦਾਂ 'ਚ ਪੜ੍ਹਦੇ ਹਾਂ ਕਿ ਮਾਧਵੇ ਕਿਆ ਕਹੀਏ ਪਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ, ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਪਿਆ ਭਿਖਾਰੀ। ਜਿਵੇਂ ਬੰਦਾ ਇੱਕ ਰਾਜਗੱਦੀ ਤੇ ਬੈਠਾ ਹੋਇਆ ਵੀ ਸੁਪਨੇ ਚਲਾ ਜਾਏ, ਤਾਂ ਸੁਪਨੇ ਜਾ ਕੇ ਉਹ ਕਹੇ ਵੀ ਓਹੋ ਬੜਾ ਨੁਕਸਾਨ ਹੋ ਗਿਆ, ਸਭ ਚੀਜ਼ਾਂ ਹੋ ਗਈਆਂ ਇਸ ਤਰੀਕੇ। ਇਹ ਸਭ ਚੀਜ਼ਾਂ ਜਿਹੜਾ ਉਸ ਤਰੀਕੇ ਨਾਲ ਹੋ ਰਹੀਆਂ। ਅਦਰਵਾਈਜ਼ ਬੰਦੇ ਨੂੰ ਕੁਦਰਤ ਨੇ ਵਿਵੇਕ ਦਿੱਤਾ, ਅਕਲ ਦਿੱਤੀ ਹੈ, ਤਾਂ ਉਸ ਵਿਵੇਕ ਤੇ ਅਕਲ ਨੂੰ ਚਮਕਾਉਣ ਵਾਸਤੇ, ਸ਼ਾਰਪਨ ਕਰਨ ਵਾਸਤੇ ਸ਼ਬਦ ਦਾ ਸਹਾਰਾ ਲਏ, ਚੰਗੇਰੇ ਗਿਆਨ ਦਾ ਸਹਾਰਾ ਲਏ। ਉਹਦੀ ਬਾਤ ਗੁਰਬਾਣੀ ਵਾਰ-ਵਾਰ ਕਰਦੀ ਹੈ। ਤੇ ਗੁਰੂ ਬਾਬਾ ਜੀ ਨੇ ਉਸ ਜਗ੍ਹਾ 'ਤੇ ਲਿਆਂਦਾ ਜਿੱਥੇ ਸ਼ਬਦ ਨਾਲ ਬੰਦੇ ਨੂੰ ਮੁਤਾਸਰ ਕਰ ਦਿੱਤਾ, ਸ਼ਬਦ ਦੇ ਨਾਲ ਉਹਨੂੰ ਲੈਸ ਕਰ ਦਿੱਤਾ, ਸ਼ਬਦ ਨਾਲ ਉਹਨੂੰ ਜਿਹੜਾ ਹੈ ਉਹਨੂੰ ਜੋੜ ਦਿੱਤਾ ਉਸ ਰੂਪ ਦੇ ਅੰਦਰ। ਜਿਹੜੀ ਹੁਣ ਇਹ ਰੂਪਤਾ ਆ, ਇਹਦੇ ਵਿੱਚ ਗੁਰੂ ਬਾਬਾ ਜੀ ਨੇ ਫਿਰ ਲੋਕ ਕਾਫੀਏ, ਲੋਕ ਮੁਹਾਜ ਵਿੱਚੋਂ ਜਿੰਨੀ ਮੁਹਾਵਰੇਦਾਰੀ ਸੀ ਉਹ ਸਾਰੀ ਚੱਕੀ, ਤੇ ਉਸ ਸ਼ਬਦ ਦੇ ਵਿੱਚ ਪਾ ਕੇ ਬੰਦੇ ਨੂੰ ਗੱਲ ਸਮਝਣ ਵਾਸਤੇ
मददगार बनाया ताकि गल समझ आ जाए। क्योंकि जे हुण सपोज करो बहुत वड्डे वड्डे फलसफे घोटांगे तो सामने बैठा होया बंदा उन्होंने तो दार्शनिकता का अजे ऊड़ा एड़ा भी नहीं आउंदा, यकीनन तौर पर गल किसी मायने च नहीं जाएगी। जे बंदे दे लैवल ते जाके बात की जाए, मैं गुरु ग्रंथ साहब जी कुछ मैटाफोर्स तुहाडे सामने अक्सर बयान करदा फिर बयान कर देना। जिवें महाराज देखते हैं कि इन्हां लोकां नूं किरसानी जीवन नाल जुड़े हुए लोग ने, मनहाली किरसानी करनी, शर्म पानी तनखेत, नाम बीट संतोख सुहागा रख गरीबी वे, समझ आउंदी है। सो उस रूप दे विच की होया कि उन्हां लोकां नूं गुरु बाबा जी ने किरसानी विच ही बात की कि भाई जिवें हाली उद्यमी हुंदा आ, जे मन नूं उद्यमी बनाओगे, जे मन आलस की दुनिया तो बाहर आ जाएगा, फिर डेफिनेटली तुसीं जिवें बाहरली खेती चों फायदा चक सकते हो, अंदर की खेती चों फायदा लै सकते हो। भाव अपने जीवन विच शुभ गुण, चंगेरा आचरण, विहार, किरदार हर चीज़ प्राप्त कर सकते हैं। मैटाफोर दिता, ये सीधे तौर पर एक एग्जाम्पल है, बिंब सिरजिया गुरु साहब ने प्रतीक दिता। या किते गुड़ कर ज्ञान ध्यान कर धावै कर करनी कस पाई है, पाठी पाओ प्रेम का पोचा इतरस अमीओं चुआई है। कयाल की क्रिया, शराब कड्ढण की क्रिया जिन्होंने कहने असी, उदा एग्जाम्पल की। आम लोगों को फिजा में रहने वाले इस खिते दे पता सीगा गुड़ का जिहड़ा सार तत्त है अर्क आ, डिस्टिलरी किया जाए जे किते मिठे नूं तो उहदे चों जिहड़ा अर्क निकलदा आ वो शराब बनदी, वो एथनल कैमिकल मददगार हुंदा आ बंदे नूं एक मस्ती देण वास्ते। गुरु बाबा जी ने कहा कि मन मत वारो नाम रस पीवै, एक ऐसा रस जिहड़ा वाकई च असल रूप च मस्ती देगा, वो भी पीण दी मैं तुहानूं जाच सिखाउणा। ये बहरूनी उस गुड़ विचों नहीं बनेगा। गुड़ कर ज्ञान, एक ज्ञान का गुड़ तुहानूं पाउणा पएगा। सो उसे मैटाफोर के जरिए बंदे नूं अध्यात्मी तल की सिक्ख्या दे दी। हुण जिहड़ी पति पत्नी की बात आ, समाज दे विच जिहो जिहा वरतारा सीगा कल्चरल साइड तो बीते कल भी बात की सी, गुरु बाबा जी उस कल्चरल साइड दे विचों लोकां नूं चीज़ समझण विच मदद आ जाए, उहदे लिए मैटाफोर इस तरीके नाल सुरजीत करते हैं। मैं नाल नाल शब्द दी जिहड़ा है पंक्ति बा पंक्ति लै ली नाल, अदरवाइज समा साडा हो जाना। सब कहंदे साजन होवन अपने क्यों पर कर जाही, साजन होवन अपने क्यों पर कर जाही, पर कर बेगाने घर जाना। हुण बेगाने घर जाना देखो, जिहड़ी इन्हां मुल्खां दे विच जे मैं प्री मैरिटल काउंसलिंग कर रहा कई वरियां तो गुरु ग्रंथ साहब की बाणी नूं असीं आधार बनाउने आ। हालांकि जिहड़ी अमेरिकनाइज वैसटर्न एजुकेशन है इहदे चों असीं सपोर्ट लैंदे आ, पर जिहड़ा बेस आ वो गुरु ग्रंथ साहब की बाणी दा ही हुंदा है। गुरु ग्रंथ साहब की बाणी जिस चीज़ ते बहुत ज़्यादा फोकस करती है या बहुत ज़्यादा एम्फेसाइज करती है वो हैगी है वफा। वफा हुंदी है मन करके, बचन करके, कर्म करके। तुसी कदी देखो कि जे असी लावां दा पाठ ही पढ़ते हैं, मैं सिंपल करके देना, असी पढ़िए हर दूजड़ी लाम सतगुर पुरख मिलाया बलराम जियो, निरपो भय मन होए हौमै मैल गवाया बलराम जियो, निर्मल पो पाया हर गुण गाया, हर विख है राम हदूरे, हरियातम राम पसारिया स्वामी सर्ब रहा भरपूरे। हर विख है राम हदूरे, ये साडे कोल स्टडीज़ ने। ਜਿਹੜੇ विवाह धार्मिक सैटिंग्स दे विच एक स्पिरिचुअल अंगेजमेंट दे नाल, एक स्पिरिचुअल एनवायरमेंट दे विच हुंदे ने, उन्हां दी सफलता दा कारण, उन्हां दी सफलता वड्डे लैवल ते हुंदी है। इहदा जिहड़ा मेन कारण देखा गया वो क्या है कि एक बिलीव सिस्टम दे विचों बंदे उस विवाह दे रिश्ते च बचदे ने। हुण उहदे च ये है कि पति पत्नी नूं ते पत्नी पति नूं एक गिफ्ट के तौर पर, तोहफे के तौर पर अपने जीवन में लैके आउंदा है। उन्होंने अपना आपा समर्पण करता है एक रब के दिते हुए रिश्ते की, एक करतार के दिते हुए रिश्ते की एक गिफ्ट, एक तोहफे के रूप में माणदिया होया। हुण यह है, सपोज करो हर वक्त एक जिहड़ा कंपैनियन आ दूसरे कंपैनियन का पैरा नहीं दे सकता, हर वक्त नाल नहीं रह सकता, हर वक्त उन्होंने किसी तरीके दे नाल स्पाई नहीं कर सकता। फिर की होएगा भाई, एक दूसरे ते भरोसा, तो भरोसा किवें आएगा जे हर विख है राम हदूरे। भाई पति नहीं वेख रहा एक जगह ते, रब वेख रहा हर वक्त सुरते च बैठा, पत्नी नहीं वेख रही,
रब वेख रहा हर वक्त। ਉਹਦਾ ਤੇ कैमरा हर वक्त ऑन ही है, वो तो हर वक्त हर चीज़ नोटिस कर ही रहा है। तो बहरूनी अमल करना तो एक पासे रहा, बंदा जो मन में सोचता चितवदा आ वो भी किवें लुकाएगा। हुण जिहड़ी ये चीज़ आ जो बंदा मन करके वफा के रंग च पूरा रंगिया जाए, जीवन विच जिहड़ा जिन्हों असीं दंपत्य सुख कहने आ, जिहड़ा असीं कहने आ कि जिहड़ा हसबैंड वाइफ की असल स्नेहता आ, जिहड़ी असल उन्हां दा एक बॉन्ड आ, उन्होंने कोई धरती की दुनिया की कोई चीज़ तोड़ नहीं सकती। तो उहदे विच सवाए खुशी सुख सकून तो कुछ भी होर नहीं गा, इसलिए इन्होंने आनंद कारज कहा गया सीगा। पर जे वो चीज़ मौलिक रूप से जी मैं बात प्रारंभ की कि जे उत्थे हर वेख्या राम हदूरे, रब नूं हाज़र नाज़र जानिया गया, उन्होंने हाज़र नाज़र जान के रिश्ता कमिटमेंट ही है ना एक दूजे के नाल, उस कमिटमेंट नूं निभाउण वास्ते हर वक्त चेते च रखिया, करतार वेख रहा, उहदे भय विच जीवन जी रहा बंदा इस तरीके दे नाल। सो ये एक्चुअल लैवल ते जिहड़ी ये बात आ, ये जो बंदे ते जहन च पै जाएगी, वो किवें पर कर जो होण जाएगा, वो किवें किसे उस राह ते तुरेगा जिहड़ा राह वाजिब नहीं गा उहदे वास्ते। गुरु बाबा जी ने इहदी मिसाल दित्ती है। इहदे विच देखो जिहड़ी मैरिज हुंदी है ना, ये सिर्फ दो इंडिविजुअल दे विच कल्ली असीं एक जिहड़ा हैगा हसबैंड वाइफ दे विच ही नहीं हुंदी। साडी धरती ते हर चीज़ नाल ही मैरिज हुंदी है, जे असीं सही रूप विच देखीए ते। जिवें कोई आइडियोलॉजी है, विचारधारा आ, बंदा उहदे नाल इतना ज़्यादा अटैच्ड हो जाए, जिवें पति पत्नी एक दूजे का साथ नहीं छड्डदे, वो विचारधारा उन्होंने पक्के तौर पर अडॉप्ट कर लवे, ये मैरिज है। बंदा कहता मेरी मैरिज हो गई ये नाल। कई लोग किसी पेशे दे नाल, प्रोफैशन स्किल किसी कारज दे नाल, वो कहते जी मेरी मैरिज तो ये नाल हुई है, आई कैन नॉट लीव दिस प्रोफैशन, आई कैन नॉट गो अवे फ्रॉम दिस पेशा। ये जिहड़ी चीज़ आ हुण ये कई बार किसी जगह नाल, जिवें तुसीं पंजाब दे विच या इंडिया दे विच स्ट्रगल देख रहे हो इन्हां दिनां दे विच, जिहड़े लोग जमीनां वाहुंदे बनाउंदे ने, जमीनां दे नाल उन्हां दा रिश्ता की है, जिवें वो जमीन नूं एक कंपैनियन के तौर पर लैके बैठे ने, उन्हां दी सांझ उद विआहे होए ने उहदे नाल। ते जिवें अपने कंपैनियन नूं बंदा किसी तरीके नाल छड्डण लई तैयार नहीं हुंदा, बल्कि उहदे लई मर जांदा है। इहनूं बाणी ने कहा जिस प्यारे स्यों ने तिस आगे मर चली है। जिहदे नाल ने होए उहदे अगे वध के बंदा अपने सीने दे उत्ते जिहड़ा वार खाण लई तैयार हो जांदा है। सो ये जिहड़ी चीज़ है, मैरिज सिर्फ एक दो इंडिविजुअल की कलियां दी नहीं, आइडियोलॉजी हो सकती है, स्कूल ऑफ थॉट हो सकता है, तुहाडी कोई होर प्रॉपर्टी, जो लोग घरां नूं कई बार इन्ना प्यार करते हैं, कई बार जॉब की गल हुई या कुछ होर संसारक तौर पर ऐसे दोस्त मित्र स्नेही बहुत सारिया चीज़ां इस तरीके नाल हैगियां ने। जदों असीं धर्म की गल करते हैं, धर्म दे विच भी एक विआह की बात आ, तो गुरु बाबा जी वार वार बात करते धर्म के खेत्र दे ये जी रूह है किसी परम रूह नाल जिवें विआही जाती है, प्रणाई जाती है। जिवें असीं गुरु बाबा जी के शब्द पढ़ीए, गुरु अमरदास साहब दे, आओ संत प्यारे अकथ की करें कहानी। ये कहानी है तो अकथ, मतलब बोलों तो बाहर ही है, लॉजिक नाल भी कई बार समझ नहीं आती, रैशनलाइज होकर भी बंदा कई बार सोचता है लै ये की कढ़ण पान है। मैं काफ़ी लंबे समय तो काउंसलिंग में हाँ, मैं बहुत सारे ऐसे परिवारों के जीवन देखे कि इंडिविजुअल आ विआह होया, विआह तो बाद, विआह तो पहले नशे करता सीगा, वाइफ आ गई, उन्हें आके देखा ये तो हालात बहुत ही खराब ने। कईयां ने सजैसट किया छड्ड दे, कैनेडा आया, PR हो चुके हैं, एवरीथिंग इज़ फाइन, सो नाउ यू कैन एक्चुअली। उन्होंने दिनों चो काउंसलिंग इनवॉल्व से हसबैंड वाइफ, उन्हें बात पाई, वो कहती जे सपोज करो किते होर जाके रिश्ता जोड़ दी हाँ, उत्थे भी इस तरीके नाल होएगा, या इस सब चीज़ों को एक पासे त्याग के ईमानदारी नाल उस रिश्ते दे विच उन्हें इन्वेस्टमेंट की, काफ़ी लंबा समा इन्वेस्टमेंट की। दूजे इंडिविजुअल नूं भी थोड़ा एहसास होया रिस्पोंसिबिलिटी का, क्योंकि दोनों लैवल ते हुंदी बात। अल्टीमेटली
ਉਹੀ ਜਿਹੜੀ ਇਨਵੈਸਟਮੈਂਟ ਸੀਗੀ ਬਾਅਦ ਦੇ ਵਿੱਚ ਪੁੰਗਰੀ ਵਕਤ ਪਾ ਕੇ ਦੇ ਆਰ ਐਕਚੁਅਲੀ ਕਾਈਂਡ ਆਫ ਪਰਫੈਕਟ ਕਪਲ ਯੂ ਕੈਨ ਸੇ ਇੱਕ ਆਈਡੀਅਲ ਕਪਲ ਦੇ ਰੂਪ ਦੇ ਵਿੱਚ ਜਿਹੜੀ ਹੈ ਉਹ ਸਾਂਝ ਬਣਦੀ ਲੱਗੀ ਗਈ। ਸੋ ਇਹ ਹੈ ਕਿ ਰੈਸ਼ਨਲ ਸਾਈਡ ਤੋਂ ਕਈ ਵਾਰੀ ਚੀਜ਼ਾਂ ਨਹੀਂ ਸਮਝ ਆਉਂਦੀਆਂ ਤਾਂ ਮੈਂ ਬੇਨਤੀ ਕਰਾਂਗਾ ਹਰ ਇੱਕ ਨੂੰ ਕੁਦਰਤ ਨੇ ਵਿਵੇਕ ਦਿੱਤਾ ਆ। ਕੋਈ ਮੇਰੇ ਆਖੇ ਲੱਗ ਕੇ ਜਾਂ ਕਿਸੇ ਦੇ ਆਖੇ ਲੱਗ ਕੇ ਨਹੀਂ, ਕੋਈ ਐਡਵਾਈਜ਼ਰ ਨਹੀਂ। ਸਭ ਤੋਂ ਵੱਡਾ ਐਡਵਾਈਜ਼ਰ ਤੁਹਾਡਾ ਆਪਣਾ ਇਨਰ ਇਨਸਟਿੰਕਟ ਆ। ਹੋਪ ਤੇ ਦੁਨੀਆ ਖੜੀ ਹੈ ਪਰ ਹੋਪ ਤੰਗ ਵੀ ਬਹੁਤ ਕਰਦੀ ਹੈ। ਹੋਪਲੈਸ ਹੋ ਕੇ ਜੀਆ ਨਹੀਂ ਜਾ ਸਕਦਾ, ਪਰ ਹੋਪ ਦੇ ਨਾਲ ਜੇ ਤੁਸੀਂ ਹੋਪਫੁਲ ਹੋਵੋਗੇ ਤੰਗ ਵੀ ਹੋਵੋਗੇ, ਕਿਉਂਕਿ ਅੱਜ ਨਾਲੋਂ ਕੱਲ ਬੈਟਰ ਹੋਏਗਾ। ਅੱਜ ਬੰਦਾ ਕ੍ਰਾਸ ਕਰਦਾ ਹੈ, ਕੱਲ ਉਸ ਤੋਂ ਵਰਸ ਹੋ ਜਾਂਦਾ, ਫਿਰ ਹੋਰ ਹੋਪ ਰੱਖਦਾ। ਇਸ ਤਰੀਕੇ ਨਾਲ ਲਗਾਤਾਰ ਸਟਰਗਲ ਹੈ ਸਾਰੇ ਦੇ ਸਾਰੇ ਜੀਵਨ ਦੇ ਵਿੱਚ। ਪਰ ਇਹ ਸੱਚਾਈ ਹੈ, ਤੁਸੀਂ ਕਿਸੇ ਵੱਡੀ ਉਮੀਦ ਵਿੱਚ ਜੀਓ। ਤੇ ਫਿਰ ਇਹ ਵੀ ਹੈ ਅਕਥ ਕਥਾ, ਇੱਕ ਐਸੀ ਕਥਾ ਜਿਹੜੀ ਸ਼ਾਇਦ ਸਾਨੂੰ ਤੇ ਨਹੀਂ ਪਤਾ। ਯੂ ਨੈਵਰ ਨੋ ਭਵਿੱਖ ਦੀ ਜਿਹੜੀ ਹੈ ਉਹਦੇ ਗਰਭ ਵਿੱਚ ਕੀ ਪਿਆ ਹੈਗਾ। ਸੋ ਗੁਰੂ ਬਾਬਾ ਜੀ ਇੱਥੇ ਰੱਬ ਦੀ ਉਸ ਕਹਾਣੀ ਦੀ ਗੱਲ ਕਰਦੇ ਨੇ। ਆਓ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰੂ ਕੋ। ਇੱਕ ਐਸੇ ਗੁਰੂ ਦੇ ਉਸ ਖਿਆਲ ਵਿਚਾਰ ਰਹਿਣੀ ਰਹਿਤ ਜੀਵਨ ਯਾਪਨ ਦੇ ਨਾਲ ਆਪਣਾ ਆਪਾ ਜੋੜਨਾ ਆ, ਜਿਹਨੂੰ ਤਨ ਮਨ ਧਨ ਸਭ ਸੌਂਪ ਗੁਰੂ ਕੋ। ਤਨ ਕਰਕੇ ਮਨ ਕਰਕੇ ਧਨ ਕਰਕੇ ਆਪਣਾ ਆਪਾ ਸਮਰਪਿਤ ਕਰ ਦਿੱਤਾ। ਫਿਰ ਅਗਲੇ ਬਚਨ 'ਚ ਹੈ ਹੁਕਮ ਮੰਨਿਆ ਪਾਈ ਹੈ। ਤਨ ਮਨ ਧਨ ਸਿਰਫ ਸਮਰਪਿਤ ਨਹੀਂ ਕੀਤਾ ਤੁਸੀਂ, ਕਿਸੇ ਨਾਲ ਕੋਈ ਐਸੋਸੀਏਸ਼ਨ ਬਣਾ ਲਈ ਤੇ ਕਿਹਾ ਵੀ ਦੈਟਸ ਐਨਫ। ਨੋ, ਦੈਟਸ ਨੋਟ ਐਨਫ। ਉਸ ਤੋਂ ਬਾਅਦ ਹੁਕਮ ਦੀ ਪ੍ਰਤੀਪਾਲਣਾ ਕੀਤੀ ਗਈ। ਹੁਕਮ ਦੀ ਪ੍ਰਤੀਪਾਲਣਾ ਲਗਾਤਾਰਤਾ ਦੇ ਨਾਲ ਬਿਨਾਂ ਜਤਾਇਆ, ਜਿਹਨੂੰ ਗੁਰੂ ਅਮਰਦਾਸ ਸਾਹਿਬ ਨੇ ਬਿਆਨ ਕੀਤਾ ਸੀਗਾ ਕਿ ਹਸਤੀ ਸਿਰਜਿਓ ਅੰਕੁਸ਼ ਹੈ ਅਹਰਣ ਜਿਉ ਸਿਰ ਦੇ ਮਨ ਤਨ ਆਗੇ ਰਾਖ ਕੇ ਉਹ ਵੀ ਸੇਵ ਕਰੇ। ਮਨ ਤਨ ਅੱਗੇ ਰੱਖ ਕੇ ਉਹ ਵੀ ਸੇਵ, ਸਿਰ ਸੱਟ ਕੇ ਸੇਵਾ ਵਿੱਚ ਲੱਗ ਜਾਣਾ। ਇਹ ਅਸਲ ਤਪ ਆ। ਕਈ ਵਾਰ ਲੋਕਾਂ ਨੇ ਧੂਣੀਆਂ ਤਪਾ ਲਈਆਂ, ਤਪ ਕਰ ਲਿਆ, ਜਾਂ ਕਿਤੇ ਜਲ ਧਾਰਾਵਾਂ ਕਰ ਲਈਆਂ। ਇਹ ਤੇ ਤਪ ਬੜਾ ਸੌਖਾ ਤਪ ਆ, ਔਖਾ ਤਪ ਇਹ ਹੈ। ਫਿਰ ਇਹ ਵੀ ਹੈ ਚਲਦੇ ਹੋਏ ਜੀਵਨ ਦੇ ਵਿੱਚ ਆਲੇ ਦੁਆਲੇ ਬੜੀਆਂ ਚੋਇਸਿਸ ਵੀ ਮਿਲਦੀਆਂ। ਲੋਕੀ ਕਹਿੰਦੇ ਛੱਡ ਪਰਾਂ ਇੱਧਰ ਕਿਉਂ, ਆਹ ਦੇਖ ਆਹ ਜ਼ਿਆਦਾ ਸੁਖਾਲਾ ਰਾਹ ਆ, ਇਸ ਖਾਲਾ ਇੱਧਰ ਆ ਜਾ। ਪਰ ਜਿਨ੍ਹਾਂ ਨੇ ਕਮਿਟਮੈਂਟ ਕੀਤੇ ਹੁੰਦੇ ਨੇ ਉਹ ਕਹਿੰਦੇ ਨਾ ਭਾਈ। ਜੇ ਜਿਹਨੂੰ ਗੁਰਬਾਣੀ ਨੇ ਕਿਹਾ ਸਾਹਿਬ ਸੰਕਟ ਵੈ ਸੇਵਕ ਭਜੈ ਚਿਰੰਕਾਲ ਨਹੀਂ ਜੀਵੈ ਦੋ ਕੁਲ ਲਜੈ। ਜਦੋਂ ਕਿਤੇ ਕੋਈ ਸੰਕਟ 'ਚ ਵੀ ਬਾਤ ਹੋਵੇ ਤੇ ਜਿਹੜਾ ਉਸ ਸਕੂਲ ਆਫ ਥਾਟ ਦਾ, ਉਸ ਵਿਚਾਰਧਾਰਾ ਦਾ ਸੇਵਕ ਹੈ, ਉਹ ਛੱਡ ਕੇ ਭੱਜੇ। ਭਾਈ ਜਿਉਣਾ ਤੇ ਹੈ ਨਹੀਂ ਹਮੇਸ਼ਾ, ਹਾਂ ਦੋ ਕੁੱਲਾਂ ਨੂੰ ਲੱਜ ਜ਼ਰੂਰ ਲੱਗ ਜਾਂਦੀ ਹੈ। ਗੁਰੂ ਬਾਬਾ ਜੀ ਨੇ ਬਾਤ ਕੀਤੀ ਹੈ ਸਾਜਨ ਹੋਵਨ ਆਪਣੇ। ਜੇ ਕਿਸੇ ਨਾਲ ਆਪਣਤ ਬਣ ਜਾਏ, ਸੱਜਣਤਾ ਬਣ ਜਾਏ, ਕਿਸੇ ਰਾਹ ਨੂੰ ਤੁਸੀਂ ਅਡਾਪਟ ਕਰ ਲਵੋ, ਕਿਉਂ ਪਰਕਰ ਜਾਹੀਂ, ਫਿਰ ਉਸ ਰਾਹ ਨੂੰ ਛੱਡ ਕੇ ਦੂਜੇ ਪਾਸੇ ਤੱਕਣਾ ਵੀ ਨਹੀਂਗਾ। ਇਹਨੂੰ ਗੁਰੂ ਭਗਤ ਫਰੀਦ ਜੀ ਨੇ ਇੱਕ ਜਗ੍ਹਾ ਬਿਆਨ ਕੀਤਾ ਆ ਕਿ ਟੁੰਡੇਂਦੀਏ ਸੁਹਾਗ ਕੂ ਤੋਤਨ ਕਾਈ ਕੋਰ, ਜਿਨ੍ਹਾਂ ਨਾਉ ਸੁਹਾਗਣੀ ਤਿੰਨਾ ਚਾਕ ਨਾ ਹੋਰ। ਜਿਹੜੀਆਂ ਸੁਹਾਗਵਤੀਆਂ ਹੁੰਦੀਆਂ ਨੇ ਉਹ ਹੋਰ ਦੀ ਚਾਕ ਮੁਕਾ ਦਿੰਦੀਆਂ ਨੇ। ਉਹਨਾਂ ਦੇ ਵਿੱਚ ਪੱਕੇ ਤੌਰ ਉੱਤੇ ਜਿਹੜਾ ਹੈਗਾ ਇਹ ਬਾਤ ਹੁੰਦੀ ਹੈ ਕਿ ਇਹੀ ਰਾਹ ਆ। ਸਿੱਖੀ ਦੇ ਸੰਕਲਪ ਦੇ ਵਿੱਚ ਇਹ ਬਾਤ ਗੁਰੂ ਬਾਬਾ ਜੀ ਨੇ ਸਿਖਾਈ ਸੀਗੀ ਕਿ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜਿਓ ਮੋਇਆ ਨਾ ਜਾਹੀਂ ਛੋੜ। ਭਾਈ ਇੱਥੇ ਤੇ ਪੱਕੇ ਪੈਰੀ ਆਉਣਾ ਆ, ਇਸ ਰਾਹ ਤੇ ਤੁਰਨਾ ਆ। ਕਿਉਂਕਿ ਜਿਵੇਂ ਆਪ ਇਹਨਾਂ ਮੁਲਕਾਂ 'ਚ ਦੇਖਦੇ ਹੋ ਕੁਝ ਮਿਸ਼ਨਰੀ ਸਕੂਲ ਆਫ ਥਾਟ ਨਾਲ ਜੁੜੇ ਹੋਏ ਲੋਕ, ਮਿਸ਼ਨਰੀ ਮੀਨ ਜਿਹੜੇ ਕ੍ਰਿਸਚਨ ਮਿਸ਼ਨਰੀਜ਼ ਵਗੈਰਾ, ਜਾਂ ਉਸ ਕਿਸਮ ਯਹੋਵਾਜ਼ ਵਿਟਨੈਸ ਜਾਂ ਹੋਰ ਇਹੋ ਜਿਹੇ ਲੋਕ ਦੇਖਦੇ ਹੋ, ਜਾਂ ਹੋਰ ਕੁਝ ਧਰਮ ਹੈਗੇ ਨੇ ਜਿਹੜੇ ਇਸ ਕਿਸਮ ਦੇ ਮਿਸ਼ਨਰੀ ਧਰਮ ਹੈਗੇ ਨੇ ਜਿਹੜੇ ਇਹ ਕਹਿੰਦੇ ਨੇ ਕਿ ਅਸੀਂ ਦੂਜਿਆਂ ਨੂੰ ਆਪਣੇ ਸਕੂਲ ਆਫ ਥਾਟ ਦੇ ਵਿੱਚ ਕਿਸੇ ਤਰੀਕੇ ਨਾਲ ਵੀ ਲੈ ਕੇ ਆਉਣਾ ਆ। ਕਨਵਰਜਨ ਜਿਨ੍ਹਾਂ ਦੇ 'ਚ ਇੱਕ ਵੱਡਾ ਜਿਹੜਾ ਆ ਉਹਨਾਂ ਦਾ ਸਬਾਬ ਹੁੰਦਾ ਆ, ਉਹਨਾਂ ਲਈ ਇੱਕ ਵੱਡੀ ਮਤਲਬ ਵੱਡਾ ਕਾਰਜ ਆ ਉਹਨਾਂ ਲਈ। ਸਿੱਖੀ ਦੇ ਆਸ਼ੇ ਦੇ ਵਿੱਚ ਜਿਹੜੀ ਕਨਵਰਜਨ ਭਾਵੇਂ ਲਾਲਚ 'ਚ ਹੈ, ਭਾਵੇਂ ਫੋਰਸਫੁਲੀ ਹੈ, ਕਿਸੇ ਤਰੀਕੇ ਦੀ ਵੀ ਇਹ ਅਨਐਕਸੈਪਟੇਬਲ ਹੈ। ਹਾਂ ਇਹ ਜ਼ਰੂਰ ਹੈ ਕਿ ਜੇ ਕੋਈ ਆਪਣੇ ਜੀਵਨ ਦੀ ਟਰਾਂਸਫਰਮੇਸ਼ਨ ਕਰਨਾ ਚਾਹੁੰਦਾ, ਤਬਦੀਲੀ ਕਰਨਾ ਚਾਹੁੰਦਾ, ਵਾਕਿਆ 'ਚ ਵਕਾਰਾਂ ਤੋਂ ਗੁਣਾਤਮਕ ਪੱਖ ਵਾਲੇ ਪਾਸੇ ਸਿੱਖੀ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਨੇ।
जिहिंदर आवत जावत है, हटके ना ही कोय, सोदर कैसे छोड़िया जोदर ऐसो होए। भगत कबीर जी। जिस दर ते किसी नूं रोक टोक नहीं, जात पात मजहब कोई पाबंदी नहीं, शर्त भी कोई नहीं। हाँ, जे तू इस राह दा राहगीर हो के इत्थे कोई एक कम्यूनिटी की जिम्मेवारी निभानी है, क्योंकि सिख होने का मतलब ही है एक तरह का नाल समाजिक जीवन लै लैना। जदों असीं खंडे बाटे की पहुल लैने हाँ, सब चीज़ां करते हैं उस तरीके नाल, ते उहदे बाबत यह है कि चेते रखी पहला मरण कबूल, जीवन की छड्डे आस। इत्थे अपना आपा समर्पित करके आउणा आ, ते जदों जिन्हें समर्पित ही कर दिता, ਉਹਦੇ ਲਈ ਫਿਰ ਕੋਈ ਹੋਰ ਚੀਜ਼ ਨਹੀਂ ਰਹਿ ਜਾਂਦੀ। ਉਹਦੇ ਲਈ ਫਿਰ ਪੱਕੀ ਇੱਕੋ ਚੀਜ਼ ਹੈ ਕਿ ਇਹੀ ਰਾਹ ਹੈ ਮੇਰੇ ਵਾਸਤੇ। ਗੁਰੂ ਮਹਾਰਾਜ ਇੱਥੇ ਬਿਆਨ ਕਰਦੇ ਨੇ, ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ। ਜਦੋਂ ਤੁਸੀਂ ਸੱਜਣਤਾ ਬਣਾ ਲਈ ਤੇ ਕਰਤਾਰ ਨਾਲ, ਕਾਦਰ ਨਾਲ, ਅਕਾਲ ਪੁਰਖ ਵਾਹਿਗੁਰੂ ਨਾਲ ਬਾਤ ਹੋ ਰਹੀ ਹੈ ਇੱਥੇ, ਫਿਰ ਬੰਦਾ ਉਸ ਨੂੰ ਦਰ ਨੂੰ ਛੱਡ ਕੇ ਹੋਰ ਕਿਸੇ ਪਖੰਡ ਅਡੰਬਰ ਜਾਂ ਕਿਸੇ ਹੋਰ ਦੁਨੀਆ ਵਾਲੇ ਪਾਸੇ ਨਹੀਂ ਜਾਏਗਾ। ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ। ਜਿਹੜੇ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ, ਭਾਵ ਜਿਨ੍ਹਾਂ ਨੇ ਉਸ ਸਾਜਨ ਦੇ ਨਾਲ ਆਪਣੇ ਮਨ ਦੇ ਵਿੱਚ ਇੱਕ ਪੱਕੀ ਧਾਰਨਾ ਬਣਾ ਲਈ, ਤੇ ਫਿਰ ਉਹਦਾ ਸਾਜਣ ਦਾ ਸੰਗ ਜਿਹੜਾ ਟੁੱਟਦਾ ਨਹੀਂਗਾ। ਜਿਹਨਾਂ ਨੂੰ ਇਸ ਤਰ੍ਹਾਂ ਕਹਿ ਲਓ, ਅਸੀਂ ਸ਼ਬਦ ਪੜ੍ਹਦੇ ਹਾਂ ਨਾ ਕਿ ਪੱਲੇ ਕੁਝ ਨਹੀਂ ਬਣਦੇ ਪੰਖੀ ਅਤੇ ਦਰਵੇਸ਼, ਜਿਨ੍ਹਾਂ ਨੂੰ ਤਕਵਾ ਰੱਬ ਤੇ ਤਿੰਨਾਂ ਨੂੰ ਰਿਜ਼ਕ ਹਮੇਸ਼। ਜਿਹੜੇ ਰੱਬ ਦੇ ਭਰੋਸੇ ਤੇ ਨੇ, ਉਹਦੇ ਅੰਗ ਸੰਗ ਨੇ। ਤੁਸੀਂ ਦੇਖੋ, ਮਨੁੱਖਾਂ ਦੀ ਦੁਨੀਆ ਦੇ ਵਿੱਚ ਚੀਜ਼ਾਂ ਨੂੰ ਰਿਜ਼ਰਵ ਕਰਕੇ ਰੱਖਣਾ, ਜੋੜਨਾ, ਇਹ ਸੰਭਾਲਣਾ, ਇਹਦੇ ਤੇ ਬੜਾ ਫੋਕਸ ਕਰਦੇ ਹਾਂ ਅਸੀਂ। ਤੇ ਲਗਾਤਾਰ ਸਰਮਾਏਦਾਰੀ ਨੂੰ ਜੋੜ ਕੇ ਬੰਦਾ ਇਕੱਠੀ ਕਰਕੇ ਸੋਚਦਾ ਹੈ ਕਿ ਮੈਂ ਆਪਣੀ ਕੰਫਰਟ ਜ਼ੋਨ ਕ੍ਰੀਏਟ ਕਰ ਲਈ। ਬਲਕਿ ਅੱਜ ਹੀ UNO ਦੇ ਕੁਝ ਲੋਕਾਂ ਨੇ ਬੜੇ ਵੱਡੇ ਲੈਵਲ 'ਤੇ ਦੁਨੀਆ ਨੂੰ ਅਵੇਅਰ ਕਰਨ ਵਾਸਤੇ ਬਾਤ ਕੀਤੀ ਹੈ ਕਿ ਜਿਹੜਾ ਸਾਡਾ ਇਨਵਾਇਰਮੈਂਟ ਆ, ਇਹਦੇ ਬਾਰੇ ਅਸੀਂ ਧਿਆਨ ਨਹੀਂ ਦੇ ਰਹੇ, ਐਂਡ ਵੀ ਆਰ ਕਾਈਂਡ ਆਫ ਇਨ ਵਾਰ ਅਗੇਂਸਟ ਨੇਚਰ। ਅਤੇ ਜੇ ਇਹਦੇ ਬਾਰੇ ਧਿਆਨ ਨਹੀਂ ਦੇਵੋਗੇ ਤਾਂ ਬੜੇ ਡਰਾਸਟਿਕ, ਆਲਰੇਡੀ ਆ ਜਿਹੜਾ ਸਾਲ ਆ 2016 ਤੋਂ ਬਾਅਦ ਉਸ ਤੋਂ ਵੀ ਜ਼ਿਆਦਾ ਗਰਮ ਸਾਲ ਨਿਕਲਿਆ ਆ। ਸੋ ਇਹਦੇ ਨਾਲ ਸਿੱਧੇ ਤੌਰ 'ਤੇ ਜੇ ਦਰਜੇ ਹਰਾਰਾ, ਜੇ ਟੈਂਪਰੇਚਰ ਲਗਾਤਾਰ ਇਨਕਰੀਜ਼ ਹੋਏਗਾ, ਅਤੇ ਇਸ ਧਰਤੀ ਦਾ ਜਿਹੜਾ ਬਾਇਓਡਾਇਵਰਸਿਟੀ ਹੈ, ਜਾਂ ਜੀਆ ਜੰਤ ਨੇ, ਕੀਟ ਮਕੌੜ ਨੇ, ਖਤਮ ਹੋ ਜਾਣਗੇ। ਇਕੱਲੇ ਹੀ ਕਿਉਂ, ਮਨੁੱਖਾਂ ਦੀ ਦੁਨੀਆ ਖਤਮ ਹੋ ਜਾਏਗੀ। ਆ ਕਿੰਨਾ ਰੌਲਾ ਪੈ ਰਿਹਾ ਹੈਗਾ ਆ ਕਿ ਕਰੋਨਾ ਵਾਇਰਸ, COVID-19 ਕਰਕੇ ਡੈਥਸ ਹੋ ਰਹੀਆਂ ਨੇ, ਬੜਾ ਫੈਟਲ ਵਾਇਰਸ ਹੈਗਾ ਇਸ ਤਰੀਕੇ ਦੇ ਨਾਲ, ਨੋ ਡਾਊਟ ਫੈਟਲ ਹੈਗਾ ਬੜਾ ਇਸ ਤਰੀਕੇ ਨਾਲ, ਮੋਰਟੈਲਿਟੀ ਰੇਟ ਹੈ ਕਾਫੀ ਵੱਡਾ ਇਹਦੇ ਵਿੱਚ। ਪਰ ਦੁਨੀਆ ਪੱਧਰ 'ਤੇ ਆਏ ਸਾਲ ਡਿਊ ਟੂ ਨੈਚੁਰਲ ਡਿਜ਼ਾਸਟਰ ਅਤੇ ਪੋਲਿਊਸ਼ਨ, ਇਹ ਸਾਰੇ ਦੇ ਕਰਕੇ ਮਰਨ ਵਾਲਿਆਂ ਦੀ ਗਿਣਤੀ ਇਹਦੇ 'ਚ ਮਰਨ ਵਾਲਿਆਂ ਤੋਂ ਕਿਤੇ ਵੱਡੀ ਆ, ਕਿਤੇ ਵੱਡੀ ਆ। ਪਰ ਬੰਦਾ ਉਹਦੇ ਬਾਬਤ ਅਵੇਅਰ ਨਹੀਂ, ਧਿਆਨ ਨਹੀਂ ਦੇ ਰਿਹਾ। ਅਤੇ ਉਹ ਜ਼ਿਕਰ ਕਰਦੇ ਕਿ ਇੱਕ ਐਸੀ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਹੈਗਾ, ਇਹਨੂੰ ਖੁਦ ਨੂੰ ਆਪਣੀਆਂ ਮਤਲਬ ਜੜ੍ਹਾਂ ਉਖਾੜਨ ਦਿਆਂ ਹੋਇਆਂ ਨੂੰ ਪਤਾ ਨਹੀਂ ਲੱਗ ਰਿਹਾ। ਜਿਹੜਾ ਆਹ ਬਚਨ ਗੁਰੂ ਮਹਾਰਾਜ ਬਿਆਨ ਕਰਦੇ ਨਾ ਕਿ ਜਦੋਂ ਬੰਦਾ ਮਨ ਕਰਕੇ ਸੱਚ ਦੇ ਨਾਲ ਪ੍ਰਣਾ ਜਾਏਗਾ, ਤੇ ਫਿਰ ਜਿਹੜਾ ਸੱਚ ਦਾ ਸੰਗ ਆ ਉਹਨੂੰ ਭਾਸੇਗਾ। ਸੱਚ ਦੇ ਸੰਗ ਵਿੱਚ ਰਹਿਣ ਦੀ ਮੁਰਾਦ, ਜਿਹੜੀ ਬਾਤ ਮੈਂ ਬੇਨਤੀ ਕਰ ਰਿਹਾ ਸੀਗਾ, ਕਿ ਉਹਦੇ ਲਈ ਸਿਰਫ ਇਹ ਨਹੀਂ ਕਿ ਇਹਦੇ 'ਚ ਜਿਹੜਾ ਵੱਡਾ, ਜਿਵੇਂ ਕਿ ਗਲੋਬਲਾਈਜੇਸ਼ਨ ਹੋਣ ਦੇ ਨਾਲ ਅਤੇ ਸਭ ਚੀਜ਼ਾਂ ਦੇ ਨਾਲ ਵੱਡੇ ਲੈਵਲ 'ਤੇ ਪਦਾਰਥ ਨੂੰ ਭੋਗਣ ਦੀ ਲਾਲਸਾ, ਅਤੇ ਪਦਾਰਥ ਨੂੰ ਵੱਡੇ ਲੈਵਲ 'ਤੇ ਸਟੋਰ ਕਰਨ ਦੀ, ਇਕੱਠੇ ਕਰਨ ਦੀ ਲਾਲਸਾ, ਉਸਨੇ ਧਰਤੀ ਦੇ ਵੱਡੇ ਰਿਸੋਰਸਿਸ ਦਾ ਨੁਕਸਾਨ ਕੀਤਾ ਆ। ਸਾਡੀ ਤੁਸੀਂ ਫੂਡ ਚੇਨ ਹੀ ਦੇਖੋ, ਅਸੀਂ ਜਿਹੜੀ ਟਰੀਜ਼ ਦੇ ਬੇਸਡ ਫੂਡ ਚੇਨ ਸੀਗੀ, ਉਸ ਦਾ ਬੜਾ ਵੱਡਾ ਨੁਕਸਾਨ ਕੀਤਾ। ਇਹਦੇ ਮੁਕਾਬਲਤਨ ਗ੍ਰੇਨ ਰਿਲੇਟਡ ਜਿਹੜੀ ਚੇਨ ਆ, ਉਹਨੂੰ ਵੱਡੇ ਲੈਵਲ 'ਤੇ ਇੰਟਰੋਡਿਊਸ ਕੀਤਾ ਦੁਨੀਆ ਪੱਧਰ 'ਤੇ। ਅਤੇ ਉਸ ਸਾਰੇ ਦੇ ਨਾਲ ਜਿਹੜਾ ਇਹ ਸਾਰਾ ਗਲੋਬਲ ਡਾਇਵਰਸਿਟੀ ਸੀ, ਜਿਹੜੀ ਬਾਇਓਡਾਇਵਰਸਿਟੀ ਸੀ, ਉਹ ਖਤਮ ਹੋਣੀ ਸ਼ੁਰੂ ਹੋ ਗਈ। ਸੋ ਇਹ ਸ਼ਬਦ ਦਾ ਹੀ ਰੰਗ ਹੈ ਸਾਰਾ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਜਿਨ੍ਹਾਂ ਨੂੰ ਰੱਬ 'ਤੇ ਭਰੋਸਾ ਆ ਗਿਆ, ਕਰਤਾਰ 'ਤੇ ਭਰੋਸਾ ਆ ਗਿਆ, ਜਿਨ੍ਹਾਂ ਨੇ ਉਹਨੂੰ ਅੰਗ ਸੰਗ ਮੰਨ ਲਿਆ, ਉਹ ਫਿਰ ਜੀਵਨ ਦੇ ਵਿੱਚ ਇੱਕ ਚੰਗੇਰੇ ਕਾਰਜ ਵਾਸਤੇ ਵੀ ਉੱਭਰਦੇ ਨੇ, ਸੰਸਾਰ ਵਾਸਤੇ। ਜਿਵੇਂ ਸਪੋਜ਼ ਕਰੋ ਅਸੀਂ ਜੇ ਅੱਜ
ਲੈਸ ਕੰਜ਼ਿਊਮ ਕਰਨ ਦੀ ਗੱਲ ਕਰੀਏ, ਚੀਜ਼ਾਂ ਨੂੰ ਰੀਸਾਈਕਲ ਕਰਨ ਦੀ ਗੱਲ ਕਰੀਏ, ਸੋ ਕਾਲਡ ਸਟੇਟਸ ਸਿੰਬਲ ਵਿੱਚੋਂ ਬਾਹਰ, ਇਹੋ ਜਿਹੀਆਂ ਚੀਜ਼ਾਂ 'ਤੇ ਫੋਕਸ ਕਰੀਏ। ਅਤੇ ਇਹ ਸਭ ਤਾਂ ਹੋ ਸਕਦਾ ਹੈ ਜੇ ਅਸੀਂ ਇੱਕ ਫਕੀਰੀ ਬਿਰਤੀ ਵਿੱਚ ਆ ਜਾਈਏ। ਇੱਕ ਕਰਤਾਰੀ ਰੰਗ 'ਚ ਰੰਗੇ ਹੋਏ ਬੰਦੇ ਨੂੰ, ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿ ਉਹਦੇ ਕੋਲ ਕੋਈ ਬਹੁਤ ਵੱਡਾ ਘਰ ਆ, ਬੜੀ ਵੱਡੀ ਗੱਡੀ ਆ, ਉਹਦਾ ਬੜਾ ਵੱਡਾ ਮਹਿੰਗੇ ਕੱਪੜੇ ਆ, ਇਸ ਲਹਿੋ ਲਸ਼ਕਤਾ ਸਭ ਚੀਜ਼ਾਂ। ਸੋ ਇੱਕ ਰਿਲੀਜੀਅਸ ਜਿਹੜੀ ਲਾਈਫ ਹੈ, ਧਾਰਮਿਕ ਲਾਈਫ ਆ, ਉਹ ਰੱਬ ਦੇ ਭਰੋਸੇ ਤੇ ਕਰਤਾਰ ਦੇ ਰੰਗ 'ਚ ਰੰਗਿਆ ਹੋਇਆ ਜਿਉਂਦਾ ਆ। ਇਹੋ ਜਿਹੀ ਬਾਤ ਵੀ ਕੀਤੀ ਇਹਦੇ ਵਿੱਚ। ਫਿਰ ਉਹ ਵਿਖਾਵੇ ਦੀ ਜ਼ਿੰਦਗੀ ਦੇ ਵਿੱਚੋਂ, ਪਦਾਰਥਕ ਜ਼ਿੰਦਗੀ 'ਚੋਂ ਆਪਣੇ ਆਪ ਪੈਰ ਪਿੱਛੇ ਖਿੱਚ ਲੈਂਦਾ ਆ। ਅਗਲਾ ਬਚਨ ਹੈ, ਮਨ ਮਾਹੇ ਸਾਜਨ ਕਰਹਿ ਰਲੀਆਂ ਕਰਮ ਧਰਮ ਸਬਾਇਆ। ਜਿਹਦੇ ਮਨ ਦੇ ਵਿੱਚ ਹਰ ਵਕਤ ਰੱਬ ਰਲੀਆਂ ਕਰ ਰਿਹਾ, ਭਾਵ ਉਹਦੇ ਨਾਲ ਸਾਂਝ ਬਣ ਗਈ ਹੈ। ਕਰਮ ਧਰਮ ਸਬਾਇਆ, ਉਹਦੇ ਸਭ ਕਰਮ ਧਰਮ ਆਪੀ ਹੋ ਗਏ। ਉਹਨੂੰ ਬਹਿਰੂਨੀ ਤੌਰ 'ਤੇ ਕਰਮ ਧਰਮ ਕਰਨ ਦੀ ਵੀ ਲੋੜ ਨਾ ਰਹਿ ਗਈ। 68 ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ, ਕਿਉਂਕਿ ਉਹਨੂੰ ਸੱਚ ਦਾ ਨਾਮ ਪਾ ਗਿਆ। 68 ਤੀਰਥ ਕੀ ਹੋਰ ਪੁੰਨ ਪੂਜਾ ਵਗੈਰਾ ਮਹਾਰਾਜ ਕਹਿੰਦੇ ਉਹਨੂੰ ਕੋਈ ਮਾਇਨੇ ਨਹੀਂ ਰੱਖਦੀ। ਆਪ ਸਾਜੇ ਥਾਪ ਵੇਖਿਆ ਤਿਸੈ ਪਾਣਾ ਪਾਇਆ। ਬਾਕੀ ਇਹ ਹੈ ਕਰਨ ਕਰਾਉਣ ਵਾਲਾ ਆਪ ਹੈ, ਆਪ ਹੀ ਥਾਪਦਾ, ਆਪ ਹੀ ਉਥਾਪਦਾ, ਅਤੇ ਆਪ ਹੀ ਵੇਖ ਰਿਹਾ ਸਾਰੇ ਕਾਸੇ ਨੂੰ। ਸਾਜਨ ਰਾਂਗ ਰੰਗੀਲੜੇ ਰੰਗ ਲਾਲ ਬਣਾਇਆ। ਜਿਨ੍ਹਾਂ ਨੇ ਉਸ ਸਾਜਨ ਨੂੰ ਛੱਡ ਕੇ ਕਿਸੇ ਪਾਸੇ ਜਾਣ ਦਾ ਕੋਈ ਨਿਸ਼ਚਾ ਨਹੀਂ ਰੱਖਿਆ, ਇਹ ਮਨ ਕਰਕੇ ਗੱਲ ਹੋ ਰਹੀ ਹੈ। ਜਿਹਦੇ ਮਨ ਦੇ ਵਿੱਚ ਹਰ ਵਕਤ ਪਦਾਰਥ ਚੱਲਦਾ ਹੈ, ਆਲੇ ਦੁਆਲੇ ਦੀ ਜਿਹੜੀ ਮਟੀਰੀਅਲਿਸਟਿਕ ਜਿਹੜੀ ਸੋਚ ਆ, ਜਾਂ ਈਰਖਾ ਦਵਾਇਖ ਵਿੱਚ ਲੋਕਾਂ ਨੂੰ ਨੀਵਾਂ ਵਿਖਾਉਣ ਦੀ, ਆਪ ਉੱਚੇ ਹੋ ਕੇ ਵੇਖਣ ਦੀ, ਇਹ ਸਾਰੀ ਇਸ ਕਿਸਮ ਦੀ ਜਾਚ ਚੱਲ ਰਹੀ ਹੈ। ਉਹ ਰੱਬ ਦੇ ਰੰਗ ਨੂੰ ਛੱਡ ਗਿਆ, ਅਤੇ ਉਹਨੂੰ ਛੱਡਣ ਕਰਕੇ ਜ਼ਿੰਦਗੀ ਬੇਰੰਗ ਆਪਣੇ ਆਪ ਹੋ ਜਾਏਗੀ। ਜਿਸ ਨੇ ਕਰਤਾਰ ਨਾਲ ਸਾਂਝ ਬਣਾ ਲਈ ਹੈ, ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ, ਆਪਣੇ ਅਮਲ 'ਤੇ ਫੋਕਸ ਕਰਦਾ ਆ, ਜੀਵਨ ਵਿੱਚ ਸ਼ੁਭ ਗੁਣ ਅਤੇ ਚੰਗੇਰੀਆਂ ਜੀਵਨ ਜਾਚਾਂ ਆਦਤਾਂ ਉਹਦੇ 'ਤੇ ਧਿਆਨ ਦਿੰਦਾ ਆ। ਸਭ ਕਹਿੰਦੇ ਸਾਜਨ ਰਾਂਗ ਰੰਗੀਲੜੇ, ਕਿਉਂਕਿ ਉਹ ਅਸਲ ਰੰਗ ਦੇਣ ਵਾਲੇ ਰੰਗੀਲੇ ਸਾਜਨ ਨਾਲ ਸਾਂਝ ਬਣ ਗਈ, ਰੰਗ ਲਾਲ ਬਣਾਇਆ। ਅਤੇ ਜੀਵਨ ਦੀ ਲਾਲਿਮਾ ਜਿਹੜੀ ਹੈ, ਜਿਹਨੂੰ ਕਿਹਾ ਜਾਏ ਰੀਅਲ ਗਲੋਰੀ ਆਫ ਲਾਈਫ, ਦੈਟ ਪਰਸਨ ਕੈਨ ਅਟੇਨ, ਇੰਜੋਏ ਐਂਡ ਸਸਟੇਨ ਫॉर ਐਵਰ। ਉਹਦੀ ਜਿਹੜੀ ਉਸ ਕਿਸਮ ਦੀ ਸਸਟੇਨੇਬਿਲਿਟੀ ਹੈ ਲਾਈਫ ਦੇ ਵਿੱਚ, ਜਿਹੜੀ ਉਸ ਗੁਣ ਦੀ, ਉਸ ਬਿਹੇਵੀਅਰ ਦੀ, ਉਹ ਵੀ ਮੌਜੂਦ ਰਹੇਗੀ। ਸਭ ਰਹਿਮਤ ਕਰਨ, ਇਹਨਾਂ ਆਲਮੀ ਵਾਕਿਆਂ 'ਚੋਂ ਚੰਗੇਰੀ ਪ੍ਰੇਰਣਾ ਮਿਲੇ। ਇੰਨੀਆਂ ਬਿਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾ ਚਤਾਰਿਓ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।